ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰ ਗੋਦ ਵਿੱਚ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਮੁੱਚੀਆਂ ਇਲਾਕਾ ਨਿਵਾਸੀ ਸੰਗਤਾਂ ਦੇ ਵੱਲੋਂ ਅਤੀ ਸਤਿਕਾਰਯੋਗ ਸੇਵਾ ਅਤੇ ਸਿਮਰਨ ਦੇ ਪੁੰਜ ਅਦੁੱਤੀ ਮਿਸਾਲ ਗੁਰਮੁਖ ਪਿਆਰੇ ਬਾਬਾ ਨਿਧਾਨ ਸਿੰਘ ਜੀ ਲੰਗਰਾਂ ਵਾਲੇ ਸੱਚਖੰਡ ਸ੍ਰੀ ਹਜੂਰ ਸਾਹਿਬ, ਉਹਦੇ ਸੰਬੰਧ ਦੇ ਵਿੱਚ ਸਾਰੀਆਂ ਸੰਗਤਾਂ ਦੇ ਵੱਲੋਂ ਸਮਾਗਮ ਚੱਲ ਰਹੇ ਨੇ। ਸੋ ਸਮੇਂ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਅੰਮ੍ਰਿਤ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼੍ਰੀ ਮੁਖ ਵਾਕ ਆਏ ਹਨ, ਕੁਝ ਕੁ ਵਿਚਾਰ ਲੈ ਕੇ ਆਪਾਂ ਇਹ ਸਮਾਗਮ ਦੀ ਆਰੰਭਤਾ ਕਰੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਬਚਨ ਆਇਆ ਹੈ। 749 ਅੰਗ ਤੋਂ ਸ਼ੁਰੂ ਹੁੰਦਾ ਹੈ, 50 ਤੇ ਸਮਾਪਤੀ ਹੁੰਦੀ ਹੈ। ਸ਼ਬਦ ਦੇ ਬੋਲ ਲਗਭਗ ਸਾਨੂੰ ਸਾਰਿਆਂ ਨੂੰ ਚੇਤੇ ਨੇ। ਕੁਝ ਕੁ ਸ਼ਬਦ, ਕੁਝ ਕੁ ਬਾਣੀ ਬਹੁਤੀ ਗੈਨ ਹੋਣ ਕਰਕੇ, ਸੁਣਨ ਕਰਕੇ ਉਹ ਬਾਣੀ ਇੰਨੀ ਕੁ ਪ੍ਰਚਲਿਤ ਹੁੰਦੀ ਹੈ ਵੀ ਲਗਭਗ ਸਾਨੂੰ ਸਾਰਿਆਂ ਨੂੰ ਯਾਦ ਹੁੰਦੀ ਹੈ। ਬਚਨ ਹੈ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੂਹੀ ਮਹੱਲਾ ਪੰਜਵਾ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੇਂ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ ਮੇਰੇ RAM ਰਾਏ। ਇੱਥੇ RAM ਰਾਏ ਤੋਂ ਮੁਰਾਦ ਹੈ ਜਿਹੜਾ ਕਣ ਕਣ ਦੇ ਵਿੱਚ ਰਮਿਆ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਪਰਮੇਸ਼ਰ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ। ਜਿਹਦੇ ਹਿਰਦੇ ਵਿੱਚ ਤੇਰੀ ਬਖਸ਼ਿਸ਼, ਤੇਰਾ ਉਪਦੇਸ਼, ਨਾਮ ਦੀ ਕਣੀ ਕਿਣਕਾ ਏਕ ਜੇ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਗੁਰੂ ਘਰ ਦੇ ਵਿੱਚ ਸੇਵਾ ਤੇ ਸਿਮਰਨ, ਇਹ ਦੋ ਅਦੁੱਤੀ ਮਿਸਾਲਾਂ ਹਨ। ਜਿਵੇਂ ਇੱਕ ਪੰਛੀ ਹੈ, ਉਹਦੇ ਦੋ ਪੰਖ ਨੇ, ਜੇ ਦੋਵੇਂ ਸਲਾਮਤ ਨੇ ਤੇ ਉਹ ਆਕਾਸ਼ ਵਿੱਚ ਉਡਾਰੀਆਂ ਮਾਰਦਾ ਹੈ। ਪੰਛੀ ਦੀ ਗੱਲ ਛੱਡੋ, ਆਪਣੇ ਤੇ ਲਾ ਲਓ। ਪਰਮਾਤਮਾ ਨੇ 10 ਇੰਦਰੇ, 5 ਤੱਤਾਂ ਦਾ ਸਰੀਰ ਬਣਿਆ ਹੈ ਤੇ ਇਹਨਾਂ 10 ਇੰਦਰੀਆਂ ਵਿੱਚੋਂ ਇੱਕ ਵੀ ਇੰਦਰਾ ਸਾਡਾ ਕਮਜ਼ੋਰ ਹੋ ਜੇ, ਬੰਦੇ ਨੂੰ ਫਿਰ ਪਤਾ ਲੱਗਦਾ। ਮੂੰਹ ਵਿੱਚ ਸਾਡੇ ਕਿੰਨੇ ਦੰਦ ਨੇ, ਮੈਂ ਤਾਂ ਨਹੀਂ ਗਿਣੇ, ਕਹਿੰਦੇ 32 ਦੰਦ ਹੁੰਦੇ ਆ। ਤਾਂ ਹੀ ਜਦੋਂ ਆਪਾਂ ਲੜਦੇ ਅਗਲਾ ਕਹਿੰਦਾ ਮੁੱਕਾ ਮਾਰੂ, 32 ਦੰਦ ਕੱਢ ਦੋ। ਮੈਂ ਜਿਹੜੀ ਬੇਨਤੀ ਕਰਨ ਲੱਗਾ ਵੀ ਕਿੰਨੇ ਦੰਦ ਮੂੰਹ ਵਿੱਚ ਨੇ ਬੰਦੇ ਨੂੰ ਨਹੀਂ ਪਤਾ, ਪਰ ਕਦਰ ਕਦੋਂ ਹੁੰਦੀ ਹੈ ਜਦੋਂ ਰਾਤ ਨੂੰ ਚੀਸ ਪਵੇ। ਫਿਰ ਡਾਕਟਰ ਕਹਿੰਦਾ ਨਹੀਂ ਇਹਦੀ RCT ਕਰ ਦਿੰਦੇ ਆ, ਠੀਕ ਕਰ ਦਿੰਦੇ ਆ। ਕਹਿੰਦਾ ਨਹੀਂ, ਇਹਨੂੰ ਕੱਢ ਫਟਾਫਟ ਛੇਤੀ, ਵੀ ਹੁਣ ਇੰਨਾ ਦਰਦ ਸਹਿਣ ਨਹੀਂ ਹੁੰਦਾ। ਜਿਹੜੀ ਆਪਾਂ ਬੇਨਤੀ ਕਰਨ ਲੱਗੇ ਹਾਂ ਵੀ 10 ਇੰਦਰੀ ਨੇ, ਜਿਵੇਂ ਇੱਕ ਪੰਛੀ ਉਹਦਾ ਪੰਖ ਕੰਮ ਨਾ ਕਰੇ ਤੇ ਉਹ ਫੜਾਉਂਦਾ, ਉਹ ਉੱਡ ਨਹੀਂ ਸਕਦਾ। ਦੋਵੇਂ ਉਹਦੇ ਪੰਖ ਸਲਾਮਤ ਨੇ, ਆਕਾਸ਼ ਵਿੱਚ ਉਡਾਰੀਆਂ ਮਾਰਦੇ। ਸਰੀਰ ਦਾ ਕੋਈ ਅੰਗ ਨਕਾਰਾ ਹੋ ਜੇ, ਉਹਦਾ ਮਨੁੱਖ ਨੂੰ ਪਤਾ ਹੈ ਕਿ ਇਹ ਤੋਂ ਬਿਨਾ ਹੁਣ ਕਿੰਨਾ ਮੁਸ਼ਕਲ ਹੈ। ਪਰ ਜਦੋਂ ਬੰਦੇ ਦੇ ਕੋਲ ਹੈ ਉਦੋਂ ਬੰਦਾ ਕਦਰ ਨਹੀਂ ਕਰਦਾ। ਡਾਕਟਰ ਨੂੰ ਬਾਰ-ਬਾਰ ਉਹਦਾ ਧੰਨਵਾਦ ਕਰਨਾ ਬਣਦਾ ਹੈ, ਜਿਹਨੇ ਐਨਕ ਲਗਾਈ ਜਾਂ ਕੋਈ ਵੀ ਦਵਾਈ ਦਿੱਤੀ, ਪਰ ਜਿਸ ਮਾਲਕ ਨੇ ਅੱਖਾਂ ਦਿੱਤੀਆਂ, ਜਿਹਦੇ ਉੱਪਰ ਐਨਕ ਲੱਗੀ ਹੈ, ਉਹਦਾ ਵੀ ਤੇ ਸ਼ੁਕਰਾਨਾ ਕਰਨਾ ਬਣਦਾ ਹੈ। ਬਾਜ਼ਾਰੋਂ ਗੁਲਦਸਤਾ ਫੁੱਲ ਖਰੀਦ ਕੇ ਲਿਆਂਦਾ, ਬੜਾ ਸੋਹਣਾ ਹੈ,
ਪਰ ਜਿਸ ਗੁਲਦਸਤੇ ਨੂੰ ਉਸ ਮਾਲਕ ਨੇ, ਵਾਹਿਗੁਰੂ ਨੇ ਮਿੱਟੀ ਦੇ ਵਿੱਚੋਂ ਪੈਦਾ ਕਰਕੇ ਨਾਲ ਹੀ ਉਹਦੇ ਵਿੱਚੋਂ ਸੁਗੰਧੀ ਪੈਦਾ ਕਰ ਦਿੱਤੀ, ਤੇ ਇਹਦਾ ਮਤਲਬ ਵੀ ਪਰਮਾਤਮਾ ਹੈ। ਆਪਾਂ ਬੇਨਤੀ ਕਰਨ ਲੱਗੇ ਸਾਂ ਕਿ ਦੋ ਮਿਸਾਲਾਂ ਨੇ ਗੁਰੂ ਘਰ ਦੇ ਵਿੱਚ ਸੇਵਾ ਤੇ ਸਿਮਰਨ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਾਂ ਕਹਿੰਦੇ ਸੇਵਾ ਤੇ ਸਿਮਰਨ ਦੇ ਪੁੰਜ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ। ਇਸੇ ਤਰ੍ਹਾਂ ਬਾਬਾ ਬਖਸ਼ੀਸ਼ ਸਿੰਘ ਜੀ ਬੈਠੇ ਹਨ, ਉਹ ਬਹੁਤਾ ਜਾਣਦੇ, ਉਹਨਾਂ ਨੇ ਵੀ ਤੁਹਾਨੂੰ ਕਥਾ ਰਾਹੀਂ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਬਾਰੇ ਦੱਸਣਾ। ਮੈਂ ਟੂਕ ਮਾਤਰ ਬੇਨਤੀ ਕਰਨੀ ਹੈ ਕਿ ਬਾਬਾ ਨਿਧਾਨ ਸਿੰਘ ਜੀ ਦਾ ਜਨਮ ਸਭ ਤੁਸੀਂ ਜਾਣਦੇ ਹੋ। ਅੱਜ ਹੀ ਮੈਂ ਪੜ੍ਹ ਰਿਹਾ ਸੀ ਕਿ ਜ਼ਿਲ੍ਹਾ ਹੁਸ਼ਿਆਰਪੁਰ 25 ਮਾਰਚ 1882 ਨੂੰ ਉਹਨਾਂ ਦਾ ਜਨਮ ਹੁੰਦਾ ਹੈ। ਭਾਈ ਉੱਤਮ ਸਿੰਘ ਸਤਿਕਾਰਯੋਗ ਮਾਤਾ ਗੁਲਾਬ ਕੌਰ ਬੜੀ ਸਧਾਰਨ ਔਰ ਉੱਚੀ ਸੁੱਚੀ ਸੁਰਤ ਵਾਲੀ ਮਾਤਾ ਨਿਤਨੇਮੀ। ਹੁਣ ਮਾਤਾ ਪਿਤਾ ਨੇ ਚੰਗੇ ਸ਼ੁਭ ਖਿਆਲ ਨੇ ਤੇ ਬੱਚੇ ਨੂੰ ਪ੍ਰੇਰਣਾ ਕੀਤੀ। ਲਾਗੇ ਕੋਈ ਨਗਰ ਪੈਂਦਾ, ਮੈਨੂੰ ਚੇਤਾ ਭੁੱਲ ਗਿਆ, ਸ਼ਾਇਦ ਪਠਾਲਾ ਕਰਕੇ। ਉਸੇ ਨਗਰ ਦੇ ਵਿੱਚ ਗੁਰਮੁਖ ਪਿਆਰੇ ਭਾਈ, ਮੇਰੇ ਖਿਆਲ 'ਚ ਦੀਵਾਨ ਸਿੰਘ ਉਹਨਾਂ ਦਾ ਜ਼ਿਕਰ ਹੈ, ਉਹ ਨਿਰਮਲੇ ਸਾਧੂ ਸਨ। ਉਹਨਾਂ ਸਮਿਆਂ ਵਿੱਚ ਨਾ, ਉਸ ਸਦੀ ਦੇ ਵਿੱਚ ਬਹੁਤੇ ਸਕੂਲ ਕਾਲਜ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਂਦ ਵਿੱਚ ਆਏ ਹੋਣਗੇ। ਤੇ ਫਿਰ ਜਿਹੜੀ ਵਿਦਿਆ ਦੀ ਦਾਤ ਹੁੰਦੀ ਸੀ ਨਾ, ਗੁਰਬਾਣੀ ਦੀ ਸੰਥਿਆ ਪਾਠ, ਇਹ ਫਿਰ ਨਿਰਮਲੇ ਜਿਹੜੇ ਸਾਧੂ ਸਨ ਉਹਨਾਂ ਸਮਿਆਂ ਦੇ, ਤਾਂ ਉਹਨਾਂ ਦੇ ਬਾਣੀ ਪਾਠ ਬੜਾ ਸ਼ੁੱਧ ਹੁੰਦਾ ਸੀ ਤੇ ਉਹ ਪਿੰਡਾਂ ਦੇ ਵਿੱਚ ਉਹਨਾਂ ਨੇ ਡੇਰੇ ਬਣਾਏ ਹੁੰਦੇ। ਹੁਣ ਤੇ ਡੇਰੇ ਮੈਂ ਉਸ ਪਾਸੇ ਨਾ ਹੀ ਜਾਵਾਂ, ਕਈਆਂ ਔਖੇ ਹੋ ਜਾਣਾ, ਵੀ ਉਦੋਂ ਡੇਰੇ ਬਣੇ ਹੁੰਦੇ ਸਨ। ਉਹਦਾ ਪਿੰਡ ਵਾਲਿਆਂ ਨੂੰ ਬੜਾ ਲਾਹਾ ਹੁੰਦਾ ਸੀ, ਬੱਚੇ ਵਿਦਿਆ ਸਿੱਖਦੇ, ਪਾਠ ਸਿੱਖਦੇ, ਸੰਥਿਆ ਹੁੰਦੀ। ਹੁਣ ਉੱਥੋਂ ਹੀ ਇਹਨਾਂ ਨੇ ਗੁਰਬਾਣੀ ਦੀ ਲਗਨ ਲੱਗੀ, ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਸੰਥਿਆ ਲਈ। ਜਿਉਂ-ਜਿਉਂ ਬਾਣੀ ਪੜ੍ਹਦੇ ਗਏ, ਜੀਵਨ ਦੇ ਵਿੱਚ ਤਬਦੀਲੀ ਆਉਂਦੀ ਗਈ। ਦੁਨਿਆਵੀ ਵਿਦਿਆ ਪੜ੍ਹੋ ਤੇ ਬੰਦੇ ਦੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ, ਬੰਦੇ ਨੂੰ ਦੁਨਿਆਵੀ ਗਿਆਨ ਬਹੁਤ ਹੋ ਜਾਂਦਾ ਹੈ। ਜਦੋਂ ਉਹ ਗੁਰੂ ਦੇ ਮਾਰਗ ਤੇ ਚੱਲਦਾ ਹੈ ਤਾਂ ਫਿਰ ਗੁਰੂ ਦਾ ਵੀ ਉਹ ਮਾਰਗ ਦਰਸ਼ਨ ਕਰ ਲੈਂਦਾ ਹੈ। ਵਿਦਵਾਨ ਜਨ ਲਿਖਦੇ ਨੇ, ਫਿਰ ਕਹਿੰਦੇ ਕੁਝ ਸਮਾਂ ਨਗਰ ਵਿੱਚ ਰਹੇ ਤੇ ਸਮਾਂ ਆਪਣੀ ਚਾਲੇ ਤੁਰਿਆ। ਇਹ ਤਕਰੀਬਨ 1882 ਵਿੱਚ ਜਨਮ ਹੁੰਦਾ ਤੇ 1900 ਦੇ ਵਿੱਚ ਇਹ ਜਾ ਕੇ ਝਾਂਸੀ ਫੌਜ ਵਿੱਚ ਭਰਤੀ ਹੋ ਜਾਂਦੇ ਨੇ। ਇੱਕ ਸਾਲ ਹੀ ਫੌਜ ਵਿੱਚ ਰਹਿੰਦੇ ਨੇ ਤੇ 1901 ਤੋਂ ਫਿਰ ਇਹਨਾਂ ਨੇ ਇੱਧਰ ਤਿਆਰੀ ਕਰ ਦਿੱਤੀ। ਕੋਈ ਜਥਾ ਆਇਆ ਸਤਸੰਗੀਆਂ ਦਾ, ਜੋ ਪੰਜਾਬ ਤੋਂ ਜਥਾ ਜਾ ਰਿਹਾ ਸੀ, ਤੇ ਉਹਨਾਂ ਦੇ ਨਾਲ ਮਿਲ ਕੇ ਇਹ ਸੱਚਖੰਡ ਸ੍ਰੀ ਹਜੂਰ ਸਾਹਿਬ ਚਲੇ ਗਏ। ਉੱਥੇ ਫਿਰ ਜਾ ਕੇ ਇਹ ਸੇਵਾ ਕਰਦੇ ਰਹੇ, ਕਾਫੀ ਲੰਮਾ ਸਮਾਂ ਸੇਵਾ ਕੀਤੀ। ਔਰ ਸੇਵਾ ਕਰਦਿਆਂ ਕਰਦਿਆਂ ਵੇਖੋ, ਜਿਹਨੂੰ ਕੋਈ ਨਹੀਂ ਨਾ ਜਾਣਦਾ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰੂ ਨਾਲ ਜੁੜ ਜੇ ਤੇ ਉਹਨੂੰ ਸਾਰੇ ਜਾਣਨ ਲੱਗ ਪੈਂਦੇ ਨੇ। ਮਾਣ ਮੰਗੋ, ਜੇ ਤੁਹਾਡੇ ਕੋਲ ਕੋਈ ਮਾਣ ਨਹੀਂ, ਤੁਹਾਨੂੰ ਕੋਈ ਪੁੱਛਦਾ ਨਹੀਂ, ਸਾਰੇ ਤੁਹਾਡੇ ਨਾਲ ਈਰਖਾ ਦਵੈਸ਼ ਕਰਦੇ ਨੇ, ਮੇਰੇ ਸਤਿਗੁਰੂ ਜੀ ਕਹਿੰਦੇ ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁਤ ਦੇ। ਕੁਝ ਸਮਾਂ ਉੱਥੇ ਰਹੇ, ਜਿਉਂ-ਜਿਉਂ ਸੇਵਾ ਕਰਦੇ ਨੇ ਹੁਣ ਸੰਗਤ ਦੇ ਨਜ਼ਰੀ ਚੜ ਗਏ। ਸੰਗਤ ਵੀ ਬੜਾ ਮਾਨ ਸਨਮਾਨ ਕਰਦੀ ਹੈ। ਪਰ ਹੁਣ ਜਿਹੜੇ ਕੁਝ ਉੱਥੇ ਹੋਰ ਰਹਿਣ ਵਾਲੇ ਸਨ, ਮੇਰੇ ਵਰਗੇ ਵਾਧੂ ਘਾਟੂ ਜੇ, ਉਹਨਾਂ ਆਖਿਆ ਹੈ ਆਹ ਬਾਬਾ ਕਿਹੜਾ ਆਇਆ ਪੰਜਾਬ ਤੋਂ, ਵੀ ਸਾਨੂੰ ਇੰਨਾ ਚਿਰ ਹੋ ਗਿਆ, ਸਾਨੂੰ ਪੁੱਛਦਾ ਕੋਈ ਨਹੀਂ, ਵੀ ਇਹਦੀ ਬੜੀ ਜੈ ਜੈਕਾਰ ਹੋ ਰਹੀ ਹੈ। ਕਹਿੰਦੇ ਇੰਤਜ਼ਾਮ ਇਹਦਾ ਵੀ ਕਰਨਾ ਪਊ। ਲਿਖਣ ਵਾਲੇ ਲਿਖਦੇ ਨੇ, ਕਹਿੰਦੇ ਬਾਬਾ ਨਿਧਾਨ ਸਿੰਘ ਜੀ ਦੇ ਨਾਲ ਵੇਖੋ ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਦੀ, ਉਹ ਬਾਬਾ ਨਿਧਾਨ ਸਿੰਘ, ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਵੇਲੀਆਂ ਖਾਧੀਆਂ, ਉਹ ਕਹਿੰਦੇ 108। ਵੇਖੋ ਜ਼ਮਾਨਾ ਕਿਦਾਂ ਦਾ, ਵੀ ਜਿਹੜੇ ਗੁਰੂ ਨੂੰ ਅੰਦਰੋਂ ਸਮਰਪਿਤ, ਉਹ ਸਿਰਫ ਬਾਬਾ ਲਫ਼ਜ਼ ਕੋਈ ਛੋਟਾ ਨਹੀਂ, ਬਾਬੇ ਦੇ ਅਰਥ ਹੀ ਕਮਾਈ ਹੁੰਦੇ ਨੇ। ਬਾਬੇ ਦਾ ਸੰਬੰਧ ਕੋਈ ਵੱਡੀ ਛੋਟੀ ਉਮਰ ਨਾਲ ਨਹੀਂ ਹੈ। ਬਾਬੇ ਦਾ ਅਰਥ ਹੀ ਇਹ ਹੁੰਦਾ ਕਿ ਕਮਾਈ। ਜੇ ਉਮਰ ਦਾ ਨਾਮ ਬਾਬਾ ਹੋਵੇ ਤਾਂ ਉਮਰ ਦੇ ਵਿੱਚ ਤਾਂ ਸਾਡੇ ਪਿਤਾ ਦਾ ਪਿਤਾ, ਆਪਾਂ ਉਹਨੂੰ ਵੀ ਬਾਬਾ ਹੀ ਕਹਿੰਦੇ, ਉਹ ਇੱਕ ਸਮਾਜਿਕ ਰਿਸ਼ਤਾ। ਪਰ ਜੇ ਉਮਰ ਦੇ ਹਿਸਾਬ ਨਾਲ ਦੇਖੋ ਤੇ ਬਾਬਾ ਜੋਰਾਵਰ ਸਿੰਘ ਬਾਬਾ
ਫਤਿਹ ਸਿੰਘ ਉਮਰ ਤੇ ਚਾਰਾਂ ਸਾਹਿਬਜ਼ਾਦਿਆਂ ਦੀ 20 ਸਾਲਾਂ ਤੋਂ ਥੱਲੇ ਥੱਲੇ ਹੈ। ਜਦੋਂ ਵੀ ਕਹੋਗੇ ਤੇ ਬਾਬਾ ਹੀ ਕਹੋਗੇ। ਉਹਦਾ ਕਾਰਨ ਇਹ ਕਿ ਉਹਨਾਂ ਦੀ ਉਮਰ ਭਾਵੇਂ ਛੋਟੀ ਸੀ, ਉਹਨਾਂ ਦੀ ਕਮਾਈ ਕਹਿ ਲੋ ਆਤਮਿਕ ਅਵਸਥਾ ਬੜੀ ਉੱਚੀ ਸੀ। ਹੁਣ ਸਾਰਿਆਂ ਇਕੱਠੇ ਹੋ ਕੇ ਵਿਉਂਤ ਬਣਾਈ ਕਿ ਵੀ ਇਹਦੀ ਬੜੀ ਇੱਥੇ ਵਡਿਆਈ ਹੋ ਰਹੀ ਹੈ, ਸਾਰੀ ਸੰਗਤ ਆਓ ਭਗਤ ਕਰਦੀ ਹੈ। ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਐਰਖ ਵਾਦ ਨ ਕੀਜੈ ਰੇ ਮਨ, ਸੁਕਿਰਤ ਕਰ ਕਰ ਲੀਜੈ ਰੇ ਮਨ। ਜੇ ਕੋਈ ਵੇਖੋ ਅਮੀਰ ਹੋਣਾ ਕੋਈ ਮਾੜਾ ਥੋੜੀ ਹੈ। ਗੁਰਬਾਣੀ ਵਿੱਚ ਕਿਸੇ ਅਮੀਰ ਧਨਾੜ ਦੀ ਕੋਈ ਨਿੰਦਾ ਨਹੀਂ। ਅਮੀਰ ਧਨਾੜ ਹੋਣਾ ਮਾੜਾ ਨਹੀਂ। ਮੇਰੇ ਸਤਿਗੁਰੂ ਜੀ ਕਹਿੰਦੇ ਅਮੀਰ ਧਨਾੜ ਹੋ ਕੇ ਹੰਕਾਰ ਕਰਨਾ ਮਾੜਾ ਹੈ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰਾਜਾ ਸ਼ਿਵਨਾਗ ਸੀ ਤਾਂ ਰਾਜਾ, ਪਰ ਹੈ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਰਧਾਲੂ। ਆਪਣੀ ਮਿਹਨਤ ਕਮਾਈ ਕਰਕੇ ਅਮੀਰ ਹੋਣਾ ਕੋਈ ਮਾੜਾ ਨਹੀਂ। ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਸਤਿਗੁਰੂ ਜੀ ਕਹਿੰਦੇ ਐਰਖ ਵਾਦ ਨ ਕੀਜੈ ਰੇ ਮਨ, ਭਾਵ ਈਰਖਾ ਦਵੈਸ਼ ਨਾ ਕਰ। ਕਿਹਨੂੰ ਕਹਿੰਦੇ? ਮਨ ਨੂੰ, ਤਨ ਨੂੰ ਨਹੀਂ ਕਹਿ ਰਹੇ, ਕਿਉਂਕਿ ਤਨ ਦੇ ਵਿੱਚ ਹੀ ਮਨ ਰਹਿੰਦਾ ਹੈ। ਜਿਉਂ-ਜਿਉਂ ਮਨ ਦੇ ਵਿੱਚੋਂ ਫੁਰਨੇ ਫੁੱਟਣੇ ਨੇ, ਨਿਕਲਣੇ ਨੇ, ਤਾਂ ਉਸ ਮਨ ਨੇ ਉਹ ਸਾਰੇ ਫੁਰਨੇ ਕੁਝ ਅੱਖਾਂ ਨੂੰ, ਕੁਝ ਹੱਥਾਂ ਨੂੰ, ਕੁਝ ਕੰਨਾਂ ਨੂੰ ਦੇ ਦੇਣੇ ਨੇ। ਉਹਨੇ ਸਾਰੇ ਸਰੀਰ ਨੂੰ, 10 ਇੰਦਰੀਆਂ ਨੂੰ ਮਨ ਨੇ ਫੁਰਨੇ ਵੰਡ ਦੇਣੇ ਨੇ। ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਐਰਖ ਵਾਦ ਨ ਕੀਜੈ ਰੇ ਮਨ, ਸੁਕਿਰਤ ਕਰ ਕਰ ਲੀਜੈ ਰੇ ਮਨ। ਭਾਵ ਤੂੰ ਮਿਹਨਤ ਕਰ, ਧਰਮ ਦੀ ਮਿਹਨਤ ਕਰ, ਕਮਾਈ ਕਰ। ਧਰਮ ਤੋਂ ਮੁਰਾਦ ਹੈ ਆਪਣੇ ਫਰਜ਼ ਦੇ ਵਿੱਚ ਪੂਰਾ ਰਹਿ। ਹੁਣ ਜਿਹੜੇ ਉੱਥੇ ਰਹਿਣ ਵਾਲੇ ਦੱਖਣੀ ਸਿੱਖ ਨੇ ਨਾ, ਉਹਨਾਂ ਨੇ ਫਿਰ ਈਰਖਾ ਦਵੈਸ਼ ਸ਼ੁਰੂ ਕੀਤੀ ਤੇ ਬਾਬਾ ਨਿਧਾਨ ਸਿੰਘ ਜੀ ਨਾਲ ਕੁੱਟਮਾਰ ਵੀ ਕੀਤੀ। ਔਰ ਬਾਬਾ ਨਿਧਾਨ ਸਿੰਘ ਜੀ ਲਿਖਣ ਵਾਲੇ ਸੱਜਣ ਲਿਖਦੇ ਨੇ, ਕਹਿੰਦੇ ਉੱਥੋਂ ਉਹਨਾਂ ਨੇ ਫਿਰ ਨਾ ਤਿਆਰੀ ਕੀਤੀ। ਕਹਿੰਦੇ ਵੀ ਚਲੋ ਆਪਾਂ ਤੇ ਸੇਵਾ ਹੀ ਕਰਨੀ ਹੈ, ਤੇ ਭਾਵੇਂ ਉਹ ਨੰਦੇੜ ਹੋਵੇ ਤੇ ਭਾਵੇਂ ਪੰਜਾਬ ਦੀ ਧਰਤੀ। ਕਿਸੇ ਆਖਿਆ ਤੇ ਫਿਰ ਪੰਜਾਬ ਹੀ ਜਾਣਾ ਸੀ ਤੇ ਨੰਦੇੜ ਕੀ ਲੈਣ ਆਏ ਸੀ। ਉਹ ਕਹਿਣ ਲੱਗੇ ਝਾਂਸੀ ਨੌਕਰੀ ਕੀਤੀ ਫੌਜ ਵਿੱਚ, ਉੱਥੇ ਜਥਾ ਆਇਆ ਤੇ ਜਥਾ ਹਜੂਰ ਸਾਹਿਬ ਜਾ ਰਿਹਾ ਸੀ, ਸੰਗਤ ਕਰਕੇ ਆਪਾਂ ਇੱਥੇ ਆ ਗਏ ਵੀ ਹੁਣ ਸਰਕਾਰ ਦੀ ਨੌਕਰੀ ਤੇ ਚਲੋ ਜਿਹੜੀ ਕਰਨੀ ਸੀ ਕਰ ਲਈ, ਹੁਣ ਨਿਰੰਕਾਰ ਦੀ ਕਰਕੇ ਦੇਖ ਲਈਏ। ਇਸ ਲਈ ਇੱਥੇ ਆਏ ਸਾਂ ਸੇਵਾ ਕਰਨ। ਚਲੋ ਸੇਵਾ ਹੀ ਕਰਨੀ ਹੈ। ਜੇ ਇਹਨਾਂ ਨੂੰ ਸਾਡੇ ਨਾਲ ਇਹ ਈਰਖਾ ਦਵੈਸ਼ ਕਰਦੇ ਨੇ, ਸਾਡੀ ਸੇਵਾ ਭਾਵਨਾ, ਵਡਿਆਈ, ਜਸ, ਵੈਸੇ ਅੰਦਰ ਈਰਖਾ ਹੋਵੇ ਤੇ ਕਿਸੇ ਦੇ ਪ੍ਰਤੀ ਸਤਿਕਾਰ ਵਾਲੇ ਲਫ਼ਜ਼ ਕੱਢਣੇ ਬਹੁਤ ਔਖੇ ਨੇ, ਬਹੁਤ ਔਖੇ ਨੇ। ਹੁਣ ਬਾਬਾ ਨਿਧਾਨ ਸਿੰਘ ਕਹਿਣ ਲੱਗੇ ਜੇ ਸਾਡੇ ਰਹਿਣ ਕਰਕੇ ਸਾਰੇ ਦੁਖੀ ਨੇ, ਤਾਂ ਫਿਰ ਮੈਂ ਇਕੱਲਾ ਇੱਥੇ ਰਹਿ ਕੇ ਇਹਨਾਂ ਸਾਰਿਆਂ ਨੂੰ ਕਿਉਂ ਦੁਖੀ ਕਰਾਂ। ਕਹਿਣ ਲੱਗੇ ਪਿਆਰਿਓ, ਜੇ ਮੇਰੇ ਜਾਣ ਦੇ ਨਾਲ ਤੁਸੀਂ ਸਾਰੇ ਸੁਖੀ ਵਸੋਗੇ ਤੇ ਆਪਾਂ ਸੇਵਾ ਹੀ ਕਰਨੀ, ਆਪਾਂ ਪੰਜਾਬ ਕਰ ਲਾਂਗੇ। ਕਹਿੰਦੇ ਉੱਥੋਂ ਤਿਆਰੀ ਕੀਤੀ। ਇੱਕ ਤੁਸੀਂ ਤਸਵੀਰ ਸ਼ਾਇਦ ਦੇਖਦੇ ਹੋ ਸਾਰੇ, ਰੇਲਵੇ ਸਟੇਸ਼ਨ ਵਾਲੀ ਬਾਬਾ ਨਿਧਾਨ ਸਿੰਘ ਜੀ ਦੀ। ਕਹਿੰਦੇ ਉਹਨਾਂ ਨੇ ਰੇਲਵੇ ਸਟੇਸ਼ਨ ਤੇ ਪਹੁੰਚੇ ਵੀ ਇੱਥੋਂ ਟ੍ਰੇਨ ਪਕੜਨੀ ਹੈ ਤੇ ਪੰਜਾਬ ਪਹੁੰਚਣਾ ਹੈ। ਚੌਂਕੜਾ ਮਾਰ ਕੇ ਉੱਥੇ ਬੈਠ ਗਏ। ਬਹਿੰਦਿਆਂ ਉੱਠਦਿਆਂ ਹਰਿ ਨਾਮ ਧਿਆਵੇ। ਲਿਖਣ ਵਾਲਿਆਂ ਨੇ ਬੜੇ ਹੋਰ ਤਰੀਕੇ ਨਾਲ ਵੀ ਲਿਖਿਆ, ਪਰ ਮੈਂ ਜੋ ਪੜ੍ਹ ਰਿਹਾ ਸੀ, ਕਹਿੰਦੇ ਉੱਥੇ ਹੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਯਾਦ ਕਹਿ ਲੋ, ਇਲਹਾਮ ਕਹਿ ਲੋ, ਫੁਰਨਾ ਕਹਿ ਲੋ, ਆਵਾਜ਼ ਕੀ ਪਈ। ਕਹਿਣ ਲੱਗੇ ਬਾਬਾ ਜੀ ਕੀ ਗੱਲ ਕਿੱਧਰ ਜਾ ਰਹੇ ਹੋ? ਕਹਿਣ ਲੱਗੇ ਪੰਜਾਬ ਜਾ ਰਹੇ ਹਾਂ, ਉੱਥੇ ਸੇਵਾ ਕਰਾਂਗੇ। ਕਹਿੰਦੇ ਇੱਥੇ ਕਿਉਂ ਨਹੀਂ? ਕਹਿਣ ਲੱਗੇ ਇੱਥੇ ਸੇਵਾ ਤੇ ਕਰਦੇ ਹਾਂ, ਮੇਰੇ ਰਹਿਣ ਕਰਕੇ ਕਈਆਂ ਨੂੰ ਈਰਖਾ ਦਵੈਸ਼, ਉਹ ਮੇਰੇ ਤੋਂ ਦੁਖੀ ਨੇ ਸਾਰੇ। ਮੈਂ ਨਹੀਂ ਚਾਹੁੰਦਾ ਮੇਰੇ ਇਕੱਲੇ ਕਰਕੇ ਸਾਰਿਆਂ ਨੂੰ ਦੁੱਖ ਹੋਵੇ ਤੇ ਆਪਾਂ ਇੱਥੋਂ ਚੱਲ ਜਾਂਦੇ ਆ। ਇਸ ਲਈ ਵੀ ਆਪਾਂ ਤਿਆਰੀ ਕਰਨੇ। ਹੋਰ ਮੈਂ ਬੇਨਤੀ ਕਰਾਂ, 1708 ਦੇ ਵਿੱਚ, ਕਿਉਂਕਿ 1882 ਨੂੰ ਇਹਨਾਂ ਦਾ ਜਨਮ ਹੁੰਦਾ ਹੈ, 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਦਵਾਨ ਸੱਜਣ, ਹੁਣ ਮੈਂ ਤਾਂ ਨਾਲ ਹੀ ਨਾ ਰਿਹਾ, ਮੈਂ ਤਾਂ ਜੋ ਇਤਿਹਾਸ ਪੜ੍ਹਿਆ ਤੁਹਾਨੂੰ ਸੁਣਾ ਰਿਹਾ।
1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਚਨ ਵੀ ਕੀਤੇ ਸਨ, ਕਿਉਂਕਿ ਉਥੋਂ ਦੀ ਜਿਹੜੀ ਜਗ੍ਹਾ ਸੀ, ਕਿਉਂਕਿ ਜਿਹੜਾ ਬੰਦਾ ਬਰਾਗੀ ਸੀ ਉਹਦਾ ਨਾਮ ਗੁਰਬਖਸ਼ ਸਿੰਘ ਰੱਖਿਆ, ਤਖੱਲਸ ਫਿਰ ਉਹਨਾਂ ਦਾ ਨਾਮ ਪੰਥ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਪਿਆ। ਉਹਨਾਂ ਤੋਂ ਬਾਅਦ ਉਥੋਂ ਦੇ ਲੰਗਰ ਦੀ ਜਿਹੜੀ ਹਾਲਤ ਸੀ, ਉਥੋਂ ਦਾ ਜਿਹੜਾ ਮਾਹੌਲ ਸੀ, ਉਹ ਦਿਨੋਂ ਦਿਨ ਨਿਗਰਦਾ ਜਾ ਰਿਹਾ ਸੀ। ਤੇ ਵਿਦਵਾਨ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੰਗਤ ਕਹਿੰਦੀ, ਪਾਤਸ਼ਾਹ ਹਾਲਾਤ ਕੁਝ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਨੇ, ਤਾਂ ਸਤਿਗੁਰਾਂ ਨੇ ਬਚਨ ਕੀਤਾ ਵੀ ਆਉਣ ਵਾਲੇ ਸਮੇਂ ਵਿੱਚ ਕੋਈ ਗੁਰਮੁਖ ਪਿਆਰਾ ਆਏਗਾ ਤੇ ਉਹ ਸਾਰੀ ਇਥੋਂ ਦੀ ਜਿਹੜੀ ਸੇਵਾ, ਮਾਨਵਤਾ ਦੀ, ਮਨੁੱਖਤਾ ਦੀ, ਸੰਗਤ ਦੀ ਕਹਿ ਲੋ, ਉਹ ਸਾਰੀ ਆ ਕੇ ਸੇਵਾ ਸੰਭਾਲੇਗਾ। ਤੇ ਗੁਰਮੁਖ ਪਿਆਰਿਆਂ ਨੇ ਲਿਖਿਆ, ਕਹਿੰਦੇ ਉਹ ਸਨ ਬਾਬਾ ਨਿਧਾਨ ਸਿੰਘ ਹੀ ਆਏ ਸਨ। ਤੇ ਫਿਰ ਸਤਿਗੁਰਾਂ ਨੇ ਹੀ ਇਹ ਬਚਨ ਕੀਤੇ, ਕਹਿਣ ਲੱਗੇ ਪੰਜਾਬ ਜਾ ਰਹੇ ਹੋ, ਇੱਥੇ ਸੇਵਾ ਕਿਉਂ ਨਹੀਂ ਕਰਦੇ? ਉਹ ਕਹਿਣ ਲੱਗੇ ਇੱਥੇ ਮਾਹੌਲ ਐਦਾਂ ਦਾ ਹੈ। ਤੇ ਅੱਗੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਬਚਨ ਹੋਏ, ਉਹ ਕਹਿਣ ਲੱਗੇ ਨਹੀਂ, ਮਾਹੌਲ ਜਿੱਦਾਂ ਦਾ ਮਰਜ਼ੀ ਹੋਵੇ, ਇੱਕ ਹੁੰਦੀ ਹੈ ਮਨੋ ਸਥਿਤੀ, ਇੱਕ ਹੁੰਦੀ ਹੈ ਪਰ ਸਥਿਤੀ। ਦੋ ਚੀਜ਼ਾਂ ਨੇ। ਇੱਕ ਪਰ ਸਥਿਤੀ ਦੇ ਅਰਥ ਹੁੰਦੇ ਨੇ ਬਾਹਰਲਾ ਦ੍ਰਿਸ਼, ਬਾਹਰ ਦਾ ਮਾਹੌਲ ਜਿੱਦਾਂ ਦਾ ਮਰਜ਼ੀ ਹੋਵੇ। ਜੇ ਆਪਾਂ ਕਹੀਏ ਵੀ ਮਾਹੌਲ ਠੀਕ ਹੋਊਗਾ ਫਿਰ ਨਾਮ ਜਪਾਂਗੇ। ਪੰਜਾਬ ਆਪਾਂ ਕਹਿੰਦੇ ਸੀ ਵੀ ਇੱਥੇ ਕੰਮ ਧੰਦਾ ਕੋਈ ਨਹੀਂ, ਇੱਥੇ ਕੰਮ ਕੋਈ ਨਹੀਂ, ਕਿੱਦਾਂ ਮਿਹਨਤ ਕਰੀਏ, ਕਿੱਦਾਂ ਨਾਮ ਜਪੀਏ, ਪ੍ਰਦੂਸ਼ਣ ਬਹੁਤ ਹੈ, ਮਹੀਨਾ ਮਹੀਨਾ ਝੋਨੇ ਦਾ ਧੂਆਂ ਥੱਲੇ ਨਹੀਂ ਆਉਂਦਾ, ਬੜਾ ਔਖਾ, ਇੱਥੇ ਪ੍ਰਦੂਸ਼ਣ ਬਹੁਤ ਹੈ, ਇਹ ਦੇਸ਼ ਵਧੀਆ ਨਹੀਂ। ਹੁਣ ਤੇ ਬਿਨਾਂ ਪ੍ਰਦੂਸ਼ਣ ਵਾਲੇ ਦੇਸ਼ 'ਚ ਆ ਗਏ, ਹੁਣ ਕਿੰਨੀ ਕੁ ਸੁਰਤ ਜੁੜਦੀ ਹੈ। ਮੇਰੇ ਸਤਿਗੁਰੂ ਜੀ ਬਾਣੀ ਵਿੱਚ ਉਦਾਹਰਨਾਂ ਦਿੰਦੇ ਨੇ। ਇੱਕ ਹੈ ਪਰ ਸਥਿਤੀ, ਮਨ ਸਥਿਤੀ। ਜੇ ਬਾਹਰਲੀ ਪਰ ਸਥਿਤੀ ਦੇਖੋਗੇ, ਜਿੱਥੇ ਮਰਜ਼ੀ ਚੱਲ ਜਾਓ, ਮਾਹੌਲ ਕਿਤੇ ਵੀ ਨਹੀਂ ਠੀਕ ਹੋਣਾ, ਕਿਤੇ ਵੀ। ਮੈਨੂੰ ਇਉਂ ਲੱਗਦਾ ਵੀ ਪੰਜਾਬ ਨਾਲੋਂ ਬਾਹਰਲੇ ਦੇਸ਼ਾਂ 'ਚ ਗਾਹਾਂ ਤੁਸੀਂ ਖਾਲੀ ਥਾਂ ਭਰ ਦਿਓ ਵੀ ਜ਼ਿਆਦਾ ਖਿੱਚਾ ਕੋਈ ਕਰਦੇ ਆਪਾਂ। ਪਰ ਸਥਿਤੀ, ਜੇ ਪਰ ਸਥਿਤੀ ਜਿੱਦਾਂ ਦੀ ਮਰਜ਼ੀ ਹੋਵੇ, ਪਰ ਜੇ ਮਨ ਸਥਿਤੀ ਠੀਕ ਹੈ ਨਾ, ਤੁਹਾਡਾ ਮਨ ਠੀਕ ਹੈ, ਤੇ ਫਿਰ ਭਾਵੇਂ ਬੰਦਾ ਜਿਹੜੇ ਮਰਜ਼ੀ ਮਾਹੌਲ, ਜਿਹੜੇ ਮਰਜ਼ੀ ਦੇਸ਼ ਵਿੱਚ ਰਹਿੰਦਾ ਹੈ, ਉਹਨੇ ਜੋ ਕਰਨਾ ਉਹਨੇ ਉੱਥੇ ਵੀ ਕਰ ਹੀ ਲੈਣਾ ਹੈ। ਹੁਣ ਕਹਿਣ ਲੱਗੇ ਪੰਜਾਬ ਜਾਣਾ, ਉਹ ਕਹਿੰਦੇ ਨਹੀਂ, ਇੱਥੇ ਤੁਸੀਂ ਸੇਵਾ ਸੰਭਾਲ ਕਰੋ, ਇੱਥੇ ਰਹਿ ਕੇ ਸੇਵਾ ਕਰੋ, ਕਿਉਂਕਿ ਤੁਸੀਂ ਬਾਣੀ ਪੜ੍ਹਨ ਵਾਲੇ ਹੋ। ਸਤਿਗੁਰ ਕੀ ਸੇਵਾ ਸਫਲ ਹੈ। ਮੈਂ ਕਹਿੰਦਾ ਮੇਰੇ ਸਤਿਗੁਰੂ ਜੀ ਵਿੱਚ ਆ ਜਿਹੜੀ ਗੱਲ ਲਿਖ ਗਏ ਨਾ, ਇਹ ਗੁਰੂ ਸਾਹਿਬ ਨੂੰ ਪਤਾ ਹੀ ਸੀ ਵੀ ਐਦਾਂ ਹੀ ਹੋਣਾ ਹੈ। ਸਤਿਗੁਰ ਕੀ ਸੇਵਾ ਸਫਲ ਹੈ ਵੀ ਹੈ, ਸਫਲ ਜ਼ਰੂਰ, ਕੋਈ ਸ਼ੱਕ ਨਹੀਂ। ਮੈਂ ਦਾਅਵੇ ਨਾਲ ਲਿਖ ਕੇ ਦੇ ਕੇ ਜਾਣਾ ਤੁਹਾਨੂੰ ਕਿ ਗੁਰੂ ਦੀ ਸੇਵਾ ਸਫਲ ਹੈ। ਪਰ ਸਤਿਗੁਰੂ ਜੀ ਕਹਿੰਦੇ ਜੇ ਕੋ ਕਰੇ ਚਿੱਤ ਲਾਏ। ਜੋੜੇ ਵੀ ਆਪਾਂ ਜੋੜਾ ਘਰ 'ਚ ਲਾ ਆਵਾਂਗੇ। ਜਿਹੜੇ ਜੇ ਕੋਈ ਮਾੜਾ ਮੋਟਾ ਜਰਦਾ ਮਲਦਾ ਉਹ ਵੀ ਗੱਡੀ 'ਚ ਰੱਖਿਆ ਹੋਊਗਾ। ਬੰਦਾ ਸਾਰਾ ਕੁਝ ਬਾਹਰ ਰੱਖ ਆਉਂਦਾ ਹੈ। ਜਿਹੜੀ ਚੀਜ਼ ਬਾਹਰ ਰੱਖ ਕੇ ਆਉਣੀ ਸੀ ਉਹ ਤਾਂ ਰੱਖ ਕੇ ਨਹੀਂ ਆਇਆ, ਰੱਖ ਕੇ ਆਉਣੀ ਸੀ ਹਉਮੈ, ਕਹਿੰਦੇ ਉਹ ਨਾਲ ਹੀ ਲੈ ਆਉਂਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੀ। ਬਸ ਹਉਮੈ ਦੀ ਜਾਤ ਕੀ ਹੈ ਨੇ, ਹਰ ਇੱਕ ਧਾਰਮਿਕ ਕਰਮ ਦੇ ਉੱਪਰ ਆਪਣੀ ਮੈਂ ਦੀ ਮੋਹਰ ਲਾਈ ਹੋਈ ਹੈ। ਤੋ ਸਤਿਗੁਰੂ ਜੀ ਕਹਿਣ ਲੱਗੇ, ਕਿੰਨੇ ਮਹਾਨ ਬਚਨ ਨੇ ਗੁਰਦੇਵ ਦੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਚੇਤੀ ਤੇ ਲੱਗਦਾ ਨਹੀਂ, ਚੇਤੀ ਤੇ ਲਾਉਣ ਵਾਸਤੇ ਸੇਵਾ ਕਰਨੀ ਹੈ। ਜਿਹੜੀ ਆਪਾਂ ਰੋਜ਼ ਸੇਵਾ ਕਰਦੇ ਆ ਨਾ, ਭਾਵੇਂ ਤੁਸੀਂ ਇੰਨੇ ਕੰਮਾਂ ਕਾਰਾਂ ਵਿੱਚ ਬਿਜ਼ੀ, ਫਿਰ ਵੀ ਹਫ਼ਤੇ ਬਾਅਦ ਆ ਕੇ ਤੁਸੀਂ ਸੇਵਾ ਕਰਦੇ ਹੋ। ਸੇਵਾ ਕਿਹੜੀ? ਜਿਨ੍ਹਾਂ ਦੇ ਸਰੀਰ ਵਿੱਚ ਬਾਹੂਬਲ ਹੈ, ਨੌਜਵਾਨ ਵੀਰ ਮਾਤਾਵਾਂ ਭੈਣਾਂ ਨੇ, ਉਹ ਲੰਗਰ ਵਿੱਚ ਸੇਵਾ ਕਰ ਲੈਂਦੇ ਨੇ। ਜਿਹੜੇ ਗੁਰੂ ਦੀ ਬਾਣੀ ਸੁਣ ਰਹੇ ਨੇ, ਇਹ ਵੀ ਤੁਸੀਂ ਸੇਵਾ ਹੀ ਕਰ ਰਹੇ ਹੋ। ਉਹ ਜਿੱਥੇ ਤਨ ਦੀ ਸੇਵਾ, ਇਹ ਮਨ ਦੀ ਸੇਵਾ, ਅਨੇਕ ਭਾਂਤ ਕਰ ਸੇਵਾ ਕਰੀਏ। ਤੋ ਕਹਿਣ ਲੱਗੇ ਇੱਥੇ ਰਹਿ ਕੇ ਤੁਸੀਂ ਸੇਵਾ ਕਰੋ। ਫਿਰ ਉਹਨਾਂ ਕਾਫੀ ਲੰਮਾ ਅਰਸਾ ਉੱਥੇ ਸੇਵਾ ਕੀਤੀ। ਤੋ ਆਓ ਮੈਂ ਗੁਰਬਾਣੀ ਦੇ ਜਿਹੜੇ ਬਚਨ ਆਪਾਂ ਆਰੰਭ ਕੀਤੇ ਸਨ, 5 ਮਿੰਟ ਮੇਰੇ ਬਾਕੀ ਨੇ। ਸੈਕਟਰੀ ਸਾਹਿਬ ਕਹਿੰਦੇ ਸਨ ਵੀ 5 ਮਿੰਟ ਉੱਤੇ ਹੋ ਗਏ, ਵੀ 35 ਤੱਕ ਕਰ ਲਿਓ।
ਕਿਤੇ ਸੈਕਟਰੀ ਸਾਹਿਬ ਕਹਿਣਗੇ ਹੁਣੇ ਪਤਾ ਨਹੀਂ ਕਦੋਂ ਹਟੂਗਾ, ਆਖੋ ਸਤਨਾਮ। ਵੈਸੇ ਤੇ ਟਾਈਮ ਦਿੰਦੇ ਨੇ, ਪਰ ਫਿਰ ਮੈਨੂੰ ਵੀ ਚਾਹੀਦਾ ਆਪ ਹੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ। ਇਹ ਸ਼ਬਦ ਅੰਮ੍ਰਿਤ ਵੇਲੇ ਆਇਆ ਸੀ, ਸਮਾਂ ਘੱਟ ਸ਼ਾਇਦ ਮੈਂ ਪੂਰਾ ਨਾ ਕਰ ਸਕਾਂ। ਤੋ ਸਤਿਗੁਰੂ ਜੀ ਕਹਿੰਦੇ ਜਿਸ ਕੇ ਸਿਰ, ਸਿਰ ਦੇ ਅਰਥ ਕੀ ਨੇ? ਭਾਵ ਜਿਸ ਮਨੁੱਖ ਦੇ ਉੱਪਰ ਮੇਰੇ ਮਾਲਕ ਵਾਹਿਗੁਰੂ ਦਾ ਕਿਰਪਾ ਰੂਪ ਹੱਥ ਹੈ, ਕਿਰਪਾ ਰੂਪ ਬਖਸ਼ਿਸ਼ ਰੂਪ ਹੱਥ ਹੈ। ਸੋ ਦੁੱਖ ਕੈਸਾ ਪਾਵੇ, ਕਹਿੰਦੇ ਉਹ ਦੁੱਖ ਨਹੀਂ ਪਾ ਸਕਦਾ। ਹਮੇਸ਼ਾ ਬੇਨਤੀ ਕੀਤੀ, ਜੇ ਮਨ ਵਿੱਚ ਸ਼ੱਕ ਆਉਂਦਾ ਹੈ ਵੀ ਕਿੱਦਾਂ ਹੋ ਸਕਦਾ ਵੀ ਬੰਦ ਕੋਈ ਕਟਾ ਸਕਦਾ ਹੈ, ਕਿਸੇ ਦੇ ਸੀਸ ਤੇ ਆਰਾ ਕਿਵੇਂ ਚੱਲ ਸਕਦਾ ਹੈ? ਥੋੜੀ ਜੀ ਕਰਦ ਵੱਜੇ, ਚਾਕੂ ਵੱਜੇ, ਹਾਏ ਹਾਏ ਕਰਦੇ ਆ। ਕਈ ਦਫਾ ਜੇ ਗੱਲ ਨਾ ਮੰਨਣ ਚ ਆਏ ਤਾਂ ਪ੍ਰੈਕਟੀਕਲ ਕਰ ਲਓ ਵੀ ਜੇ ਸਾਡੇ ਦੰਦ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ ਡਾਕਟਰ ਇੰਜੈਕਸ਼ਨ ਲਾ ਕੇ ਉਸ ਦਰਦ ਦਾ ਕਨੈਕਸ਼ਨ ਕੱਟ ਸਕਦਾ, ਕੱਟ ਦਿੰਦਾ ਨਾ, ਬਿਲਕੁਲ, ਭਾਵੇਂ ਸਾਰੇ ਕੱਢ ਦੇ। ਇਸੇ ਤਰ੍ਹਾਂ ਜਿਹੜੇ ਸ਼ਬਦ ਨਾਲ ਜੁੜ ਜਾਂਦੇ ਨੇ ਉਹ ਫਿਰ ਇੰਜ ਕਹ ਲਓ ਸੁਰਤ ਉਹਨਾਂ ਦੀ ਦੁੱਖ ਤੋਂ ਇੰਨੀ ਕੁ ਉੱਚੀ ਉੱਠ ਜਾਂਦੀ ਹੈ ਕਿ ਫਿਰ ਦੁੱਖ ਉਹਨਾਂ ਨੂੰ ਪਹੁੰਚਦਾ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ। ਸੁਆਮੀ ਦੇ ਅਰਥ ਨੇ ਮਾਲਕ ਵਾਹਿਗੁਰੂ, ਜਿਹਦੇ ਉੱਪਰ ਮੇਰੇ ਮਾਲਕ ਦਾ ਕਿਰਪਾ ਰੂਪ ਹੱਥ ਹੋਵੇ ਨਾ, ਸੋ ਦੁੱਖ ਕੈਸਾ ਪਾਵੇ। ਹੁਣ ਜਿਹੜੇ ਗੁਰੂ ਸਾਹਿਬ ਦਾ ਸ਼ਬਦ ਹੈ ਉਹਨਾਂ ਨੇ ਤਾਂ ਫਿਜ਼ੀਕਲ ਤੌਰ ਤੇ, ਸਰੀਰਕ ਤੌਰ ਤੇ ਤਾਂ ਦੁੱਖ ਝੱਲੇ ਬਹੁਤ ਨੇ। ਜਿਹੜੇ ਸਤਿਗੁਰੂ ਜੀ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ, ਉਹ ਤਾਂ ਤੱਤੀ ਤਵੀ ਤੇ ਬੈਠੇ ਨੇ। ਜਿਹੜੇ ਸਤਿਗੁਰੂ ਜੀ ਕਹਿੰਦੇ ਸੋ ਦੁੱਖ ਕੈਸਾ ਪਾਵੇ, ਉਹ ਤਾਂ ਉਬਲਦੀ ਦੇਗ ਵਿੱਚ ਬੈਠੇ ਨੇ। ਸੀਸ ਵਿੱਚ ਗਰਮ ਰੇਤ ਪੈ ਰਹੀ ਹੈ, ਮੌਕੇ ਦੀ ਹਕੂਮਤ ਵਿਰੋਧੀ ਹੈ। ਵੱਡਾ ਭਰਾ ਈਰਖਾ ਕਰਦਾ ਹੈ, ਭਰਜਾਈ ਈਰਖਾ ਕਰਦੀ, ਭਤੀਜਾ ਵੀ ਈਰਖਾ ਕਰਦਾ ਹੈ, ਪਰ ਉਹੀ ਸਤਿਗੁਰੂ ਜੀ ਕਹਿੰਦੇ ਸੋ ਦੁੱਖ ਕੈਸਾ ਪਾਵੇ। ਇਉਂ ਲੱਗਦਾ ਜਦੋਂ ਬਾਣੀ ਪੜ੍ਹਦੇ ਆ ਸਤਿਗੁਰੂ ਜੀ ਸਰੀਰਕ ਦੁੱਖ ਦੀ ਨਹੀਂ ਗੱਲ ਕਰ ਰਹੇ। ਸਰੀਰ ਦਾ ਤਾਂ ਨਿਯਮ ਹੈ, ਚਾਹੇ ਬਾਣੀ ਪੜੋ ਚਾਹੇ ਨਾ ਪੜੋ, ਦੁੱਖ ਨੇ ਆਉਣਾ ਹੀ ਆਉਣਾ ਹੈ। ਹਾਲਾਂਕਿ ਜਿਹੜਾ ਬਾਣੀ ਨਹੀਂ ਪੜ੍ਹਦਾ ਆਪਾਂ ਨੂੰ ਗਿਲਾ ਹੁੰਦਾ ਹੈ ਵੀ ਉਹ ਤਾਂ ਗੁਰਦੁਆਰੇ ਨਹੀਂ ਜਾਂਦਾ, ਨਾ ਬਾਣੀ ਪੜ੍ਹਦਾ ਹੈ, ਉਹਨੂੰ ਤਾਂ ਦੁੱਖ ਹੀ ਕੋਈ ਨਹੀਂ। ਤੋ ਇਸ ਆਧਾਰ ਤੇ ਅਸੀਂ ਗੁਰਬਾਣੀ ਦੇ ਅਰਥਾਂ ਨੂੰ ਕਲੀਅਰ ਨਹੀਂ ਕਰ ਸਕਦੇ। ਮੇਰੇ ਸਤਿਗੁਰੂ ਜੀ ਕਹਿੰਦੇ ਸੁਖ ਦੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ, ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ। ਪਾਤਸ਼ਾਹ ਜੀ ਕਹਿੰਦੇ ਸਰੀਰ ਦਾ ਨਿਯਮ ਹੈ, ਦੁੱਖ ਨੇ ਆਉਣਾ ਹੀ ਆਉਣਾ ਹੈ, ਪਰ ਇੰਨਾ ਕੁ ਜ਼ਰੂਰ ਹੈ ਜਿਸ ਦੀ ਸੁਰਤ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੀ ਹੈ, ਜੁੜਨ ਤੋਂ ਭਾਵ ਸਮਝ ਲੈਂਦੀ ਹੈ ਕਿ ਮੇਰਾ ਮਾਲਕ ਮੇਰਾ ਸਤਿਗੁਰੂ ਆਹ ਗੱਲ ਕਹਿੰਦਾ ਹੈ, ਤਾਂ ਪਾਤਸ਼ਾਹ ਜੀ ਕਹਿਣ ਲੱਗੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ, ਮਾਇਆ ਮਦ ਮਾਤਾ। ਇਹਨੂੰ ਪਾਠ ਮਾਤਾ ਨਹੀਂ ਕਰਨਾ, ਫਿਰ ਮਾਤਾ ਇਹ ਫਿਰ ਇੱਕ ਪਰਿਵਾਰਕ ਰਿਸ਼ਤਾ ਬਣ ਜਾਣਾ, ਇੱਕ ਮਾਂ ਦਾ ਤੇ ਇੱਕ ਪੁੱਤਰ ਧੀ ਦਾ। ਇਹਨੂੰ ਕਰਨਾ ਮਾਤਾ, ਭਾਵ ਮਸਤ ਹੋਇਆ ਹੋਇਆ। ਮਦ ਮੀਨਜ ਨਸ਼ਾ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਦੋਵੇਂ ਅਰਥ ਵਿਦਵਾਨਾਂ ਨੇ ਕੀਤੇ ਨੇ ਵੀ ਜਿਹਦੇ ਉੱਪਰ ਮੇਰੇ ਮਾਲਕ ਦੀ ਬਖਸ਼ਿਸ਼ ਕਿਰਪਾ ਰੂਪ ਹੱਥ ਹੋਵੇ ਨਾ, ਉਹ ਜਿੰਨਾ ਮਰਜੀ ਧਨਵਾਨ ਹੋਵੇ, ਧਨਾੜ ਹੋਵੇ, ਪਰ ਜੇ ਉਤੇ ਮਾਲਕ ਦੀ ਕਿਰਪਾ ਹੋਵੇ ਤਾਂ ਉਹ ਹੰਕਾਰ ਦੇ ਵਿੱਚ ਆ ਕੇ, ਹੰਕਾਰ ਦੇ ਨਸ਼ੇ ਦੇ ਵਿੱਚ ਆ ਕੇ ਉਹ ਕਿਸੇ ਨੂੰ ਕੌੜਾ ਬੋਲ ਨਹੀਂ ਬੋਲਦਾ। ਮਰਨਾ ਚੀਤ ਨਾ ਆਵੇ, ਭਾਵ ਮੌਤ ਦੀ ਵੀ ਉਹ ਪਰਵਾਹ ਨਹੀਂ ਕਰਦਾ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ, ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਮੇਰੇ RAM ਰਾਏ, हे ਰਾਜਾ ਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ, ਤੁਸੀਂ ਆਪਣੇ ਭਗਤ ਜਨਾਂ ਦੇ ਗੁਰਮੁਖਾਂ ਦੇ ਹੋ, ਤੇ ਜਿਹੜੇ ਗੁਰਮੁਖ ਨੇ ਉਹ ਤੁਹਾਡੇ ਨੇ। ਭਾਵ ਅੰਦਰੂਨੀ ਤੌਰ ਤੇ, ਆਤਮਿਕ ਤੌਰ ਤੇ ਤੁਹਾਡੀ ਬਾਣੀ ਨੂੰ ਸਮਰਪਿਤ ਨੇ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਤੇ ਜਦੋਂ ਤੁਹਾਡੀ ਬਖਸ਼ਿਸ਼ ਉਹਨਾਂ ਦੇ ਹਿਰਦੇ ਵਿੱਚ ਵਸ ਗਈ ਤਾਂ ਮੇਰੇ ਸਤਿਗੁਰੂ ਜੀ ਬਚਨ ਕਰਦੇ ਨੇ, ਤੇਰੇ ਸੇਵਕ ਕੋ ਭਉ ਕਿਛ ਨਾਹੀ। ਜੇ ਬੰਦਾ ਮਾੜੀ ਮਾੜੀ ਗੱਲ ਤੇ ਡਰਦਾ ਹੈ, ਵਹਿਮ ਭਰਮ ਕਰ ਰਿਹਾ ਹੈ ਤੇ ਕਹਿੰਦਾ ਵੀ ਹੈ ਗਲ ਵਿੱਚ ਪੱਲੂ ਪਾ ਕੇ ਮੈਂ ਤਾਂ ਗੁਰੂ ਦਾ ਸੇਵਕ ਹਾਂ, ਪਾਤਸ਼ਾਹ ਜੀ ਕਹਿੰਦੇ ਤੇਰੇ ਸੇਵਕ ਕੋ ਭਉ ਕਿਛ ਨਾਹੀ।
ਵੀ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਤੇਰਾ ਸੇਵਕ ਬਣ ਜਾਂਦਾ ਹੈ ਉਹਨੂੰ ਭਉ ਹੀ ਨਹੀਂ, ਤਾਂ ਫਿਰ ਸਤਿਗੁਰੂ ਜੀ ਗੱਲ ਕਲੀਅਰ ਕਰ ਦੇਣਗੇ ਤੂੰ ਸੇਵਕ ਨਹੀਂ ਬਣਿਆ ਅਜੇ, ਜਿਹੜਾ ਡਰਦਾ ਹੈ। ਮਾੜੀ ਮਾੜੀ ਗੱਲ ਤੂੰ ਪੰਡਤਾਂ ਨੂੰ ਪੁੱਛਦਾ, ਬਾਬਿਆਂ ਨੂੰ ਪੁੱਛਦਾ ਹੈ ਤੇ ਉਂਝ ਕਹਿਣਾ ਸਤਿਗੁਰੂ ਜੀ ਮੈਂ ਤੇਰਾ ਸੇਵਕ, ਪਰ ਸਤਿਗੁਰੂ ਜੀ ਕਹਿੰਦੇ ਸੇਵਕ ਤਾਂ ਡਰਦਾ ਹੀ ਨਹੀਂ ਕਿਸੇ ਤੋਂ। ਤੇਰੇ ਸੇਵਕ ਕੋ, ਹੁਣ ਬਾਣੀ ਕਹਿ ਰਹੀ ਹੈ, ਆਪਾਂ ਤੇ ਸੁਣਾ ਹੀ ਰਹੇ ਹਾਂ, ਭਉ ਕਿਛ ਨਾਹੀ, ਉਹਨੂੰ ਕੋਈ ਵੀ ਭਉ ਨਹੀਂ, ਕਿਸੇ ਪ੍ਰਕਾਰ ਦਾ ਵੀ ਭਉ ਨਹੀਂ। ਬ੍ਰਹਮ ਗਿਆਨੀ ਕੌਣ ਹੁੰਦਾ ਹੈ? ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਜਿਹੜਾ ਨਾ ਡਰਦਾ, ਨਾ ਕਿਸੇ ਨੂੰ ਡਰਾਉਂਦਾ ਹੈ, ਨਾ ਐਵੇਂ ਕਿਸੇ ਤੋਂ ਡਰੀ ਜਾਣਾ, ਤੇ ਜੇ ਕੋਲੇ ਪਾਵਰ ਹੈ ਤੇ ਕਿਸੇ ਨੂੰ ਐਵੇਂ ਡਰਾਈ ਜਾਣਾ। ਜੇ ਉਹ ਕਵੇ ਵੀ ਮੈਂ ਬ੍ਰਹਮ ਗਿਆਨੀ ਆ, ਤਾਂ ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਗੱਲ ਸਪਸ਼ਟ ਕਰਨਗੇ ਵੀ ਨਹੀਂ, ਤੂੰ ਬ੍ਰਹਮ ਗਿਆਨੀ ਨਹੀਂ, ਤੂੰ ਤਾਂ ਅਜੇ ਆਮ ਮਨੁੱਖ ਵੀ ਨਹੀਂ। ਆਮ ਮਨੁੱਖ ਵੀ ਕਿਰਤੀ ਅਜੇ ਕਿਰਤ ਮਿਹਨਤ ਕਰਦਾ ਹੈ, ਤੂੰ ਤਾਂ ਉਹਨਾਂ ਦੀ ਕਿਰਤ ਦੇ ਉੱਪਰ ਪਲਦਾ ਪਿਆ ਹੈ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਤੇ ਅਖੀਰਲੀਆਂ ਪੰਕਤੀਆਂ ਆਪਾਂ ਵਾਚ ਲਈਏ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਇਹ ਪੰਕਤੀਆਂ ਸਭ ਨੂੰ ਯਾਦ ਨੇ। ਗਿਆਨ ਤੋਂ ਭਾਵ ਮੈਨੂੰ ਆਤਮਿਕ ਗਿਆਨ ਕੋਈ ਨਹੀਂ, ਧਿਆਨ ਤੋਂ ਮੁਰਾਦ ਵੀ ਆਤਮਿਕ ਗਿਆਨ ਦੀ ਸੋਝੀ ਨਾ ਹੋਣ ਕਰਕੇ ਇਹ ਵਾਹਿਗੁਰੂ ਜੀ ਮੈਨੂੰ ਧਿਆਨ ਜੋੜਨ ਦਾ ਤਰੀਕਾ ਹੀ ਕੋਈ ਨਹੀਂ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਤੇ ਤੇਰੀ ਬਖਸ਼ਿਸ਼ ਨੂੰ ਵੀ ਨਹੀਂ ਮੈਂ ਜਾਣਦਾ, ਸਾਰ ਨਾ ਜਾਣਾ ਤੇਰੀ। ਤੂੰ ਇੰਨਾ ਕੁ ਕੁਝ ਦਿੱਤਾ ਹੈ ਕਿ ਮੈਂ ਤੇਰੀ ਕਦਰ ਹੀ ਨਹੀਂ ਕਰਦਾ। ਆਪਣੀ ਕੋਈ ਕਦਰ ਨਾ ਕਰੇ ਆਪਾਂ ਨੂੰ ਕਿੰਨਾ ਗੁੱਸਾ ਆਉਂਦਾ, ਤੇ ਜੇ ਗੁਰੂ ਪੁੱਛ ਲੇ ਵੀ ਤੈਨੂੰ ਇੰਨਾ ਕੁਝ ਦਿੱਤਾ, ਕਦਰ ਤੇ ਤੂੰ ਵੀ ਨਹੀਂ ਕਰਦਾ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਇੰਨੀ ਕੁ ਕਿਰਪਾ ਕੀਤੀ, ਮੈਨੂੰ ਆਤਮਿਕ ਗਿਆਨ ਕੋਈ ਨਹੀਂ ਸੀ, ਸੂਝ ਬੂਝ ਕੋਈ ਨਹੀਂ ਸੀ, ਧਿਆਨ ਜੋੜਨ ਦਾ ਵੀ ਮੇਰੇ ਕੋਲ ਤਰੀਕਾ ਕੋਈ ਨਹੀਂ ਸੀ। ਉਸ ਵਾਹਿਗੁਰੂ ਨੇ ਕਿਰਪਾ ਇੰਨੀ ਕੁ ਮੇਰੇ ਤੇ ਕੀਤੀ, ਇੰਨਾ ਵੱਡਾ ਉਹ ਗੁਰੂ ਸੁਰਤ ਕਰਕੇ ਸੋਚ ਕਰਕੇ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ, ਕਲ ਦੇ ਅਰਥ ਨੇ ਤੇ ਇੱਜ਼ਤ, ਜਿਨ ਕਲ ਰਾਖੀ ਮੇਰੀ, ਮੇਰੇ ਵਾਹਿਗੁਰੂ ਨੇ ਮੇਰੀ ਇੱਜ਼ਤ ਰੱਖ ਲਈ। ਮੈਨੂੰ ਆਤਮਿਕ ਗਿਆਨ ਨਹੀਂ ਸੀ, ਮੇਰਾ ਧਿਆਨ ਨਹੀਂ ਸੀ ਜੁੜਦਾ, ਮੈਂ ਉਹਦੀਆਂ ਦਿੱਤੀਆਂ ਦਾਤਾਂ ਦੀ ਕਦਰ ਨਹੀਂ ਸੀ ਕਰਦਾ। ਉਹਨੇ ਮੈਨੂੰ ਸਾਰਾ ਕੁਝ ਦੇ ਕੇ ਇੰਨੀ ਕੁ ਕਿਰਪਾ ਕੀਤੀ ਕਿ ਮੇਰੀ ਉਹਨੇ ਇੱਜ਼ਤ ਰੱਖ ਲਈ। ਕਿਨੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ। ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ, ਅਮਰਜੀਤ ਸਿੰਘ ਜੀ ਤੋਂਗ, ਤਿੰਨਾਂ ਦਾ, ਜਿਨ੍ਹਾਂ ਨੇ ਸਮਾਂ ਗੁਰੂ ਦੀ ਰਹਿਮਤ ਸਦਕਾ ਦਿੱਤਾ, ਆਪ ਸੰਗਤਾਂ ਦੇ ਦਰਸ਼ਨ ਕੀਤੇ। ਸੋ ਜਿਨ੍ਹਾਂ ਸੰਗਤਾਂ ਨੇ ਰਲ ਮਿਲ ਕੇ, ਇਲਾਕਾ ਨਿਵਾਸੀ ਸੰਗਤਾਂ ਨੇ ਸਤਿਕਾਰਯੋਗ ਗੁਰੂ ਪਿਆਰੇ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਾਰੇ ਸਮਾਗਮ ਚੱਲ ਰਹੇ ਨੇ। ਆਓ ਰਹਿੰਦਾ ਸਮਾਂ ਆਪਾਂ ਸਰਵਣ ਕਰੀਏ ਜੀ। ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਭਲ ਪੰਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹੋਣਾ ਦਾ।